सत श्री अकाल दोस्तों, वेलकम टू डोर स्टैप एजुकेशन पॉइंट। उम्मीद करदा तुसी सारे वधिया होने आ। अज दी क्लास विच आपां बाल विकास दे कुछ प्रश्नां नूं डिस्कस करन जा रहे हैं। ये क्लास तुहाडे पीएस टेट एग्जाम लई काफ़ी इंपॉर्टेंट है। सो शुरू करते हैं अज दी अपनी वीडियो नूं। ते दोस्तों, जेकर तुसी इस वीडियो नूं पहली बार वेख रहे हो तो चैनल नूं सबसक्राइब जरूर कर लियो। एंड दोस्तों, जेकर तुसी पीएस टेट की तैयारी हजे भी शुरू नहीं की, जेकर तुसी हुण तो भी स्टार्ट कर देने हो, डोर स्टैप एजुकेशन पॉइंट चैनल नूं सबसक्राइब कर लैने हो, अपने चैनल ते पईयां तुसी सारियां वीडियोज़ वेख लैने हो ते तुहाडा जिहड़ा पीएस टेट दा एग्जाम हैगा जी वो बड़े ही सौखे तरीके नाल आराम नाल क्लीयर हो जाएगा। इस तो पहला भी काफ़ी सारे जिहड़े स्टूडेंट ने जी उन्होंने अपने चैनल तो हैल्प लैके पीएस टेट की परीक्षा नूं क्लीयर किया है। सो तुसी भी आपदा पेपर क्लीयर कर सकते हो। सो दोस्तों, क्लास नूं करते हैं शुरू ते लास्ट ते तुसी कमेंट करके ये भी दसना है कि तुहाडे किन्ने मार्क्स बने ने। सो अज दा अपना जिहड़ा पहला प्रश्न हैगा जी जिहदी आपां गल करन जा रहे हैं। 4 डिस्टिंक्ट स्टेजेस ऑफ चिल्ड्रनस इंटैलेक्चुअल डेवलपमेंट आर आइडेंटिफाइड बाय। इत्थे 4 इंटैलेक्चुअल डेवलपमेंट दी स्टेजेस दी गल कीती जा रही है कि बच्चियां दे बौद्धिक विकास दे 4 ਵੱਖ-ਵੱਖ ਪੜਾਵਾਂ ਦੁਆਰਾ ਪਛਾਣ ਕੀਤੀ ਜਾਂਦੀ ਹੈ। ਸੋ ਇਹ ਜਿਹੜੀਆਂ 4 ਡਿਸਟਿੰਕਟ ਸਟੇजेस ਹੁੰਦੀਆਂ ਨੇ, ਇਹ ਤੁਹਾਨੂੰ ਮੇਨਲੀ ਕਿਹਦੀ ਥਿਊਰੀ ਵਿੱਚ ਵੇਖਣ ਨੂੰ ਮਿਲਦੀਆਂ ਨੇ, ਇਹੀ ਤੁਹਾਡੇ ਤੋਂ ਇਸ ਪ੍ਰਸ਼ਨ ਵਿੱਚ ਪੁੱਛਿਆ ਜਾ ਰਿਹਾ ਹੈ। ਸੋ ਇੱਥੇ ਕੀ ਜਵਾਬ ਹੋਏਗਾ? ਕੋਲਬਰਗ, ਐਰਿਕਸਨ, ਸਕਿਨਰ ਜਾਂ ਫਿਰ ਪਿਆਜੇ। ਜਦੋਂ ਆਪਾਂ ਗੱਲ ਕਰਦੇ ਹਾਂ 4 ਕੋਗਨੀਟਿਵ ਡਿਵੈਲਪਮੈਂਟ ਦੀ, ਜਿਹਦੇ ਵਿੱਚ ਆਪਾਂ ਇੰਟੈਲੈਕਚੁਅਲ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਸੋ ਉਹਦੇ ਵਿੱਚ ਤੁਹਾਨੂੰ 4 ਸਟੇजेस ਵੇਖਣ ਨੂੰ ਮਿਲਦੀਆਂ ਨੇ। ਉਹਨਾਂ ਦੀ ਸਟੇਜ ਦਾ ਨਾਮ ਹੈਗਾ ਜੀ, ਉਹ ਕੀ ਕੌਣ ਸੀਗੇ, ਕਿਹੜੇ ਸਾਈਕੋਲੋਜਿਸਟ ਹੈਗੇ ਸੀ, ਉਹਨਾਂ ਦਾ ਨਾਮ ਹੈਗਾ ਜੀ ਪਿਆਜੇ। ਇਸ ਤੋਂ ਪਹਿਲਾਂ ਆਪਾਂ ਇਸ ਥਿਊਰੀ ਬਾਰੇ ਵੀ ਗੱਲ ਕਰ ਹੀ ਚੁੱਕੇ ਹਾਂ। ਪਿਆਜੇ ਦੀ ਥਿਊਰੀ ਵਿੱਚ ਤੁਹਾਨੂੰ 4 ਸਟੇजेस ਵੇਖਣ ਨੂੰ ਮਿਲਦੀਆਂ ਨੇ। ਪਹਿਲੀ ਜਿਹੜੀ ਸਟੇਜ ਹੈਗੀ ਆ ਉਹਦਾ ਨਾਮ ਹੈਗਾ ਜੀ ਸੈਂਸਰੀ ਮੋਟਰ। ਦੂਸਰੇ ਨੰਬਰ ਤੇ ਜਿਹੜੀ ਸਟੇਜ ਹੈਗੀ ਆ ਜੀ ਉਹਦਾ ਨਾਮ ਹੈਗਾ ਜੀ ਪ੍ਰੀ ਆਪਰੇਸ਼ਨਲ। ਤੇ ਥਰਡ ਨੰਬਰ ਤੇ ਜਿਹੜੀ ਸਟੇਜ ਹੈ ਉਹਦਾ ਨਾਮ ਹੈ ਜੀ ਕੰਕਰੀਟ ਆਪਰੇਸ਼ਨਲ। ਤੇ ਚੌਥੇ ਨੰਬਰ ਤੇ ਜਿਹੜੀ ਸਟੇਜ ਹੈਗੀ ਆ ਜੀ ਉਹਦਾ ਨਾਮ ਹੁੰਦਾ ਹੈ ਜੀ ਫਾਰਮਲ ਆਪਰੇਸ਼ਨਲ। ਸੋ ਇਹ 4 ਸਟੇजेस ਤੁਹਾਨੂੰ ਪਿਆਜੇ ਦੀ ਥਿਊਰੀ ਵਿੱਚ ਵੇਖਣ ਨੂੰ ਮਿਲਦੀਆਂ ਨੇ। ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲੇ ਪ੍ਰਸ਼ਨ ਵਿੱਚ ਤੁਸੀਂ ਵੇਖ ਸਕਦੇ ਹੋ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਸਾਈਨ ਆਫ ਐਨ ਇੰਟੈਲੀਜੈਂਟ ਯੰਗ ਚਾਈਲਡ। ਇਹਨਾਂ ਵਿੱਚੋਂ ਕਿਹੜਾ ਇੱਕ ਬੁੱਧੀਮਾਨ ਨੌਜਵਾਨ ਬੱਚੇ ਦੀ ਨਿਸ਼ਾਨੀ ਨਹੀਂ ਹੈ? ਆਪਾਂ ਕਿਹਦੀ ਗੱਲ ਕਰ ਰਹੇ ਹਾਂ? ਇੰਟੈਲੀਜੈਂਟ ਯੰਗ ਚਾਈਲਡ ਦੀ। ਸੋ ਤੁਹਾਨੂੰ ਥੱਲੇ ਦਿੱਤੀਆਂ ਗਈਆਂ ਆਪਸ਼ਨਾਂ ਨੂੰ ਪੜ੍ਹ ਕੇ ਇਹ ਦੱਸਣਾ ਹੈ ਕਿ ਕਿਹੜੇ ਜਿਹੜੇ ਸਿੰਪਟਮਸ ਨੇ ਜਾਂ ਫਿਰ ਸਾਈਨ ਹੈਗੇ ਆ ਜਿਹੜੇ ਕਿ ਇੰਟੈਲੀਜੈਂਟ ਬੱਚੇ ਦੇ ਨਹੀਂ ਹੁੰਦੇ। 1 ਹੂ ਹੈਜ਼ ਐਬਿਲਿਟੀ ਟੂ ਕ੍ਰੈਮ ਲੌਂਗ ਐਸੇਜ਼ ਵੈਰੀ ਕੁਇਕਲੀ। ਉਹ ਵਿਅਕਤੀ ਜਿਸ ਕੋਲ ਲੰਬੇ ਲੇਖਾਂ ਨੂੰ ਬਹੁਤ ਜਲਦੀ ਲਿਖਣ ਦੀ ਯੋਗਤਾ ਹੁੰਦੀ ਹੈ, ਕੀ ਆਪਾਂ ਉਹਨੂੰ ਇੰਟੈਲੀਜੈਂਟ ਮੰਨਦੇ ਹਾਂ? ਜਾਂ ਫਿਰ 1 ਹੂ ਹੈਜ਼ ਐਬਿਲਿਟੀ ਟੂ ਕਮਿਊਨੀਕੇਟ ਫਲੂਐਂਟਲੀ ਐਂਡ ਐਪਰੋਪ੍ਰੀਏਟਲੀ, ਕਿ ਉਹ ਵਿਅਕਤੀ ਜਿਸ ਕੋਲ ਚੰਗੀ ਤਰ੍ਹਾਂ ਅਤੇ ਸਹੀ ਢੰਗ ਨਾਲ ਸੰਚਾਰ ਕਰਨ ਦੀ ਯੋਗਤਾ ਹੈ। ਜਾਂ ਫਿਰ ਆਪਸ਼ਨ ਨੰਬਰ ਸੀ 1 ਹੂ ਕੈਰੀਜ਼ ਔਨ ਥਿੰਕਿੰਗ ਇਨ ਐਨ ਅਬਸਟਰੈਕਟ ਮੈਨਰ। ਅਬਸਟਰੈਕਟ ਹੁੰਦੀਆਂ ਨੇ ਜੀ ਅਮੂਰਤ ਚੀਜ਼ਾਂ, ਕਿ ਜਿਹੜਾ ਪਰਸਨ ਕੀ ਕਰੇ, ਥਿੰਕਿੰਗ ਜਿਹੜਾ ਹੈਗਾ ਆ, ਜਿਹੜੀ ਉਹਦੀ ਥਿੰਕਿੰਗ ਪ੍ਰੋਸੈਸ ਹੈਗੀ ਆ ਉਹ ਅਮੂਰਤ ਤਰੀਕੇ ਨਾਲ ਸੋਚਦਾ ਰਹਿੰਦਾ ਹੈ। ਜਾਂ ਫਿਰ ਆਪਸ਼ਨ ਨੰਬਰ ਡੀ 1 ਹੂ ਕੈਨ ਐਡਜਸਟ ਵਨਸੈਲਫ ਇਨ ਨਿਊ ਐਨਵਾਇਰਮੈਂਟ। ਉਹ ਵਿਅਕਤੀ ਜੋ ਆਪਣੇ ਆਪ ਨੂੰ ਨਵੇਂ ਵਾਤਾਵਰਣ ਵਿੱਚ ਅਨੁਕੂਲ ਬਣਾ ਲੈਂਦਾ ਹੈ, ਐਡਜਸਟ ਕਰ ਲੈਂਦਾ ਹੈ। ਐਂਡ ਕੁਐਸਚਨ ਨੂੰ ਥੋੜਾ ਜਿਹਾ ਤੁਸੀਂ ਧਿਆਨ ਨਾਲ ਵੇਖਣਾ ਹੈ। ਇੱਥੇ ਇਹਨਾਂ ਨੇ ਨੋਟ ਲਿਖਿਆ ਹੋਇਆ ਸੀਗਾ ਤੇ ਮਤਲਬ ਇਹ ਕਿ 3 ਗੱਲਾਂ ਤਾਂ ਇਹੋ ਜਿਹੀਆਂ ਲਿਖੀਆਂ ਹੋਣਗੀਆਂ ਜਿਹੜੀ ਕਿਸੇ ਇੰਟੈਲੀਜੈਂਟ ਵਿਅਕਤੀ ਬਾਰੇ ਸਹੀ ਹੋਣਗੀਆਂ। ਸੋ ਜੇਕਰ ਆਪਾਂ ਆਪਸ਼ਨ ਨੰਬਰ ਬੀ, ਸੀ ਤੇ ਡੀ ਨੂੰ ਵੇਖਦੇ ਹਾਂ, ਇਹ ਇੰਟੈਲੀਜੈਂਟ ਪਰਸਨ ਬਾਰੇ ਹੀ ਗੱਲ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਆਪਸ਼ਨ ਨੰਬਰ ਏ ਨੂੰ ਵੇਖਦੇ ਹੋ ਤੇ ਇੱਥੇ ਕ੍ਰੈਮਿੰਗ ਦੀ ਗੱਲ ਕੀਤੀ ਗਈ ਹੈ, ਰੱਟਾਫਿਕੇਸ਼ਨ ਦੀ ਗੱਲ ਕੀਤੀ ਗਈ ਹੈ ਕਿ ਜਿਹੜਾ ਕੋਈ ਪਰਸਨ ਹੈਗਾ ਆ, ਜੇਕਰ ਕੋਈ ਉਹ ਰੱਟੇ ਵਗੈਰਾ ਲਗਾ ਰਿਹਾ ਤੇ ਕੀ ਆਪਾਂ ਉਹਨੂੰ ਇੰਟੈਲੀਜੈਂਟ ਮੰਨਾਂਗੇ? ਬਿਲਕੁਲ ਨਹੀਂ, ਕਿਉਂਕਿ ਉਹਨੇ ਤਾਂ ਜਸਟ ਕ੍ਰੈਮਿੰਗ ਕੀਤੀ ਹੈ। ਸੋ ਆਪਾਂ ਉਹਨੂੰ ਕੀ ਕਰਦੇ ਹਾਂ? ਆਪਾਂ ਉਹਨੂੰ ਨਹੀਂ ਸਾਈਨ ਮੰਨਦੇ ਇੰਟੈਲੀਜੈਂਟ ਯੰਗ ਚਾਈਲਡ ਦਾ। ਸੋ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਕੀ 1 ਹੂ ਹੈਜ਼ ਦਾ ਐਬਿਲਿਟੀ ਟੂ ਕ੍ਰੈਮ ਲੌਂਗ ਐਸੇਜ਼ ਵੈਰੀ ਕੁਇਕਲੀ। ਜਿਹੀ ਆਪਾਂ ਅਦਰ ਆਪਸ਼ਨਸ ਨੂੰ ਵੇਖੀਏ ਤੇ ਬੀ ਵਿੱਚ ਲਿਖਿਆ ਹੋਇਆ ਕਿ ਜਿਹੜਾ ਪਰਸਨ ਬਹੁਤ ਹੀ ਚੰਗੇ ਤਰੀਕੇ ਨਾਲ ਕਮਿਊਨੀਕੇਟ ਕਰ ਰਿਹਾ, ਗੱਲਬਾਤ ਕਰ ਰਿਹਾ, ਉਹਨੂੰ ਆਪਾਂ ਇੰਟੈਲੀਜੈਂਟ ਮੰਨਦੇ ਹਾਂ ਜੀ। ਸੀ ਵਿੱਚ ਲਿਖਿਆ ਹੋਇਆ ਕਿ ਜਿਹੜੀਆਂ ਅਮੂਰਤ ਚੀਜ਼ਾਂ ਨੂੰ ਜਿਹੜਾ ਬੱਚਾ ਸੋਚ ਸਕਦਾ ਹੈ ਐਬਸਟਰੈਕਟ ਮੈਨਰ ਦੇ ਵਿੱਚ, ਉਹਨੂੰ ਵੀ ਆਪਾਂ ਇੰਟੈਲੀਜੈਂਟ ਮੰਨਦੇ ਹਾਂ। ਤੇ ਲਾਸਟ ਤੇ ਲਿਖਿਆ ਹੋਇਆ ਕਿ ਜਿਹੜਾ ਕਿ ਆਪਦੇ ਆਪ ਨੂੰ ਐਡਜਸਟ ਕਰ ਲੈਂਦਾ ਨਿਊ ਐਨਵਾਇਰਨਮੈਂਟ ਵਿੱਚ। ਸੋ ਇਹ ਵੀ ਇੱਕ ਇੰਟੈਲੀਜੈਂਟ ਬੱਚੇ ਦੀ ਨਿਸ਼ਾਨੀ ਹੈਗੀ ਆ। ਸੋ ਆਪਸ਼ਨ ਨੰਬਰ ਏ, ਕਿਉਂਕਿ ਇਹ ਇੰਟੈਲੀਜੈਂਟ ਬੱਚੇ ਦੀ ਨਿਸ਼ਾਨੀ ਨਹੀਂ ਹੈਗੀ, ਕ੍ਰੈਮਿੰਗ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ।
ਸੋ ਕਈ ਵਾਰ ਤੁਸੀਂ ਵੇਖਿਆ ਵੀ ਹੋਣਾ ਕਿ ਕਈ ਬੱਚੇ ਕ੍ਰਾਈਮ ਕਰਕੇ ਬਹੁਤ ਵਧੀਆ ਮਾਰਕਸ ਲੈ ਆਉਂਦੇ ਆ, ਬਟ ਅੱਗੇ ਜਿਹੜੇ ਫਿਊਚਰ ਵਿੱਚ ਐਗਜ਼ਾਮ ਦਿੰਦੇ ਨੇ ਜਿੱਥੇ ਲੌਜੀਕਲ ਬੇਸਡ ਇੰਟੈਲੀਜੈਂਸ ਦੀ ਲੋੜ ਪੈਂਦੀ ਆ, ਉਹਨਾਂ ਪੇਪਰਾਂ ਵਿੱਚ ਉਹ ਫੇਲ ਹੋ ਜਾਂਦੇ ਆ। ਸੋ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਆਪਸ਼ਨ ਨੰਬਰ ਏ ਨੂੰ ਤੁਸੀਂ ਕਰ ਲਓ ਟਿਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਟ੍ਰੇਨਿੰਗ ਇਨ ਐਡਵਾਂਸ ਆਫ ਨਾਰਮਲ ਮੈਚੂਰੇਸ਼ਨ ਇਜ਼ ਜਨਰਲੀ, ਆਮ ਪਰਿਪੱਕਤਾ ਤੋਂ ਪਹਿਲਾਂ ਸਿਖਲਾਈ ਆਮ ਤੌਰ ਤੇ ਹੁੰਦੀ ਹੈ। ਕਿਹੜੀ ਸਿਖਲਾਈ ਹੁੰਦੀ ਹੈ? ਭਾਵ ਇਹ ਕਿ ਮੈਚੂਰੇਸ਼ਨ ਤੋਂ ਪਹਿਲਾਂ ਹੀ ਤੁਸੀਂ ਉਹਨੂੰ ਐਡਵਾਂਸ ਟ੍ਰੇਨਿੰਗ ਦੇ ਰਹੇ ਹੋ। ਇਹਦਾ ਕੀ ਮਤਲਬ ਹੋਇਆ? ਹਾਈਲੀ ਬੈਨੀਫੀਸ਼ੀਅਲ ਹੋਊਗੀ। ਮੰਨ ਲਓ ਕਿਸੇ ਬੱਚੇ ਨੂੰ ਤੁਸੀਂ ਉਹਦੀ ਹਜੇ ਮੈਚੂਰੇਸ਼ਨ ਹੋ ਰਹੀ ਹੈ, ਮੈਚੂਰੇਸ਼ਨ ਤੋਂ ਪਹਿਲਾਂ ਹੀ ਤੁਸੀਂ ਉਹਨੂੰ ਐਡਵਾਂਸ ਟ੍ਰੇਨਿੰਗ ਦੇ ਰਹੇ ਹੋ, ਤੇ ਇਹਦੇ ਨਾਲ ਕੀ ਹੋਊਗਾ? ਹਾਈਲੀ ਬੈਨੀਫੀਸ਼ੀਅਲ ਵਿਦ ਰਿਸਪੈਕਟ ਟੂ ਪਰਫਾਰਮੈਂਸ ਆਫ ਦ ਕਾਮਨ ਸਕਿੱਲਸ, ਕਿ ਆਮ ਹੁਨਰਾਂ ਦੇ ਪ੍ਰਦਰਸ਼ਨ ਦੇ ਸੰਬੰਧ ਵਿੱਚ ਬਹੁਤ ਲਾਭਕਾਰੀ ਹੈ। ਜਾਂ ਫਿਰ ਆਪਸ਼ਨ ਨੰਬਰ ਬੀ ਕਿ ਹਾਰਮਫੁਲ ਫਰੋਮ ਐਨ ਓਵਰਆਲ ਪੁਆਇੰਟ ਆਫ ਵਿਊ, ਕਿ ਸਮੁੱਚੇ ਦ੍ਰਿਸ਼ਟੀਕੋਣ ਤੋਂ ਇਹ ਨੁਕਸਾਨਦੇਹ ਹੈ। ਜਾਂ ਫਿਰ ਆਪਸ਼ਨ ਨੰਬਰ ਸੀ ਬੈਨੀਫੀਸ਼ੀਅਲ ਫਰੋਮ ਅ ਲੌਂਗ ਪੁਆਇੰਟ ਆਫ ਵਿਊ, ਕਿ ਲੰਬੀ ਰੇਂਜ ਦੇ ਦ੍ਰਿਸ਼ਟੀਕੋਣ ਤੋਂ ਲਾਭਕਾਰੀ ਹੈ। ਜਾਂ ਫਿਰ ਆਪਸ਼ਨ ਨੰਬਰ ਡੀ beneficial or harmful depending on the method used in training, ਕਿ ਸਿਖਲਾਈ ਵਿੱਚ ਵਰਤੀ ਗਈ ਵਿਧੀ ਦੇ ਆਧਾਰ ਤੇ ਲਾਭਦਾਇਕ ਜਾਂ ਨੁਕਸਾਨਦੇਹ ਬਾਰੇ ਦੱਸਿਆ ਜਾ ਸਕਦਾ ਹੈ। ਸੋ ਤੁਹਾਨੂੰ ਕੀ ਲੱਗਦਾ ਹੈ ਕਿਹੜਾ ਜਵਾਬ ਹੋਊਗਾ ਉਹ ਸਹੀ ਹੋਊਗਾ? ਪਹਿਲੇ ਆਪਸ਼ਨ ਨੂੰ ਵੇਖੋ, ਇੱਥੇ ਲਿਖਿਆ ਹੋਇਆ ਕਿ ਹਾਈਲੀ ਬੈਨੀਫੀਸ਼ੀਅਲ ਬਹੁਤ ਵਧੀਆ ਹੈਗਾ, ਕਿ ਜਾਂ ਫਿਰ ਵੇਖੋ ਹਾਰਮਫੁਲ, ਕਿ ਆਪਾਂ ਕਹਿ ਦਾਂਗੇ ਕਿ ਬਹੁਤ ਹਾਰਮਫੁਲ ਹੈਗੀ ਜੇਕਰ ਤੁਸੀਂ ਕਿਸੇ ਬੱਚੇ ਨੂੰ ਉਹਦੀ ਮੈਚੂਰੇਸ਼ਨ ਤੋਂ ਪਹਿਲਾਂ ਹੀ, ਪਰਿਪੱਕਤਾ ਤੋਂ ਪਹਿਲਾਂ ਹੀ ਜੇਕਰ ਤੁਸੀਂ ਉਹਨੂੰ ਐਡਵਾਂਸ ਟ੍ਰੇਨਿੰਗ ਦੇ ਰਹੇ ਹੋ ਤੇ ਇਹ ਬਹੁਤ ਮਾੜੀ ਗੱਲ ਹੈ। ਜਾਂ ਫਿਰ ਆਪਸ਼ਨ ਨੰਬਰ ਸੀ ਵੇਖੋ ਕਿ ਬੈਨੀਫੀਸ਼ੀਅਲ ਹੈਗਾ ਆ ਸਾਰੇ ਹੀ ਪੁਆਇੰਟ ਆਫ ਵਿਊ ਤੋਂ। ਮਤਲਬ ਬੀ ਤੇ ਸੀ ਆਪਸ਼ਨ ਵੇਖੋ ਇੱਕ ਦੂਜੇ ਦੇ ਬਿਲਕੁਲ ਹੀ ਆਪੋਜ਼ਿਟ ਨੇ। ਜਦੋਂ ਕਿ ਤੁਸੀਂ ਆਪਸ਼ਨ ਨੰਬਰ ਡੀ ਵੇਖਦੇ ਹੋ ਤੇ ਇਹਨਾਂ ਨੇ ਬੈਲੈਂਸ ਦੀ ਗੱਲ ਕੀਤੀ ਹੈ ਕਿ ਇਹ ਤਾਂ ਸਿਚੁਏਸ਼ਨ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੋ ਜਿਹੀ ਟ੍ਰੇਨਿੰਗ ਦੇ ਰਹੇ ਹੋ ਬੱਚੇ ਨੂੰ। ਸੋ ਉਹਦੇ ਅਕੋਰਡਿੰਗ ਹੀ ਆਪਾਂ ਦੱਸ ਸਕਦੇ ਹਾਂ ਨਾ ਕਿ ਜਿਹੜੀ ਟ੍ਰੇਨਿੰਗ ਬੱਚੇ ਨੂੰ ਦਿੱਤੀ ਜਾਊਗੀ ਉਹ ਵਧੀਆ ਹੈਗੀ ਕਿ ਮਾੜੀ ਹੈ। ਸੋ ਆਪਸ਼ਨ ਨੰਬਰ ਡੀ ਨੂੰ ਤੁਸੀਂ ਕਰ ਲਓ ਟਿਕ ਤੇ ਇਹਦੇ ਨਾਲ ਹੀ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ, ਜਿਹਦੇ ਵਿੱਚ ਲਿਖਿਆ ਹੋਇਆ which of the following is not characteristics of mental retardation, ਹੇਠ ਲਿਖਿਆਂ ਵਿੱਚੋਂ ਕਿਹੜੀ ਮਾਨਸਿਕ ਕਮਜ਼ੋਰੀ ਦੀ ਵਿਸ਼ੇਸ਼ਤਾ ਨਹੀਂ ਹੈ? ਮਾਨਸਿਕ ਕਮਜ਼ੋਰੀ ਦੀ ਗੱਲ ਕਰ ਰਹੇ ਹਾਂ, ਭਾਵ ਇਹ ਕਿ ਇੱਥੇ ਤਿੰਨ ਗੱਲਾਂ ਤਾਂ ਇਹੋ ਜਿਹੀਆਂ ਲਿਖੀਆਂ ਹੋਣਗੀਆਂ ਜਿਹੜੀ ਕਿ ਕਰੈਕਟਰਿਸਟਿਕਸ ਹੋਣਗੀਆਂ ਮੈਂਟਲ ਰਿਟਾਰਡੇਸ਼ਨ ਦੀਆਂ। ਮਤਲਬ ਕਿ ਤਿੰਨ ਆਪਸ਼ਨਾਂ ਇਹੋ ਜਿਹੀਆਂ ਹੋਣਗੀਆਂ ਜਿਹੜੀਆਂ ਕਿ ਵਿਸ਼ੇਸ਼ਤਾ ਹੋਣਗੀਆਂ ਕਿਸੇ ਵੀ ਮੈਂਟਲੀ ਵੀਕ ਬੱਚੇ ਦੀਆਂ। ਆਪਸ਼ਨ ਨੰਬਰ ਏ ਵਿੱਚ ਲਿਖਿਆ ਹੋਇਆ IQ ਬਿਟਵੀਨ 25 ਤੋਂ ਲੈ ਕੇ 70 ਵਿੱਚ ਜਿਹੜਾ IQ ਹੁੰਦਾ ਹੈ, ਸੋ ਉਹਨੂੰ ਆਪਾਂ ਕੀ ਮੰਨਦੇ ਹਾਂ? ਆਪਾਂ ਕੀ ਉਹਨੂੰ ਮੈਂਟਲ ਰਿਟਾਰਡੇਸ਼ਨ ਪਰਸਨ ਮੰਨਦੇ ਹਾਂ? ਜਾਂ ਫਿਰ ਆਪਸ਼ਨ ਨੰਬਰ ਬੀ ਲਰਨਿੰਗ ਇਨ ਅ ਸਲੋ ਪੇਸ ਐਂਡ ਅਨੇਬਲ ਟੂ ਡੂ ਦ ਐਕਟੀਵਿਟੀਜ਼ ਆਫ ਡੇਲੀ ਰੂਟੀਨ, ਕਿ ਹੌਲੀ ਰਫ਼ਤਾਰ ਨਾਲ ਸਿੱਖਣਾ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਕਰਨ ਵਿੱਚ ਅਸਮਰਥ ਹੋਣਾ। ਇੱਥੇ ਇਹਨਾਂ ਨੇ ਇਹ ਗੱਲ ਲਿਖੀ ਹੋਈ ਹੈ ਕਿ ਜਿਹੜੇ ਬੱਚੇ ਹੁੰਦੇ ਨੇ ਲਰਨਿੰਗ ਇਨ ਅ ਸਲੋ ਪੇਸ, ਕਿ ਜਿਹੜੀ ਲਰਨਿੰਗ ਹੋ ਰਹੀ ਹੈ ਕਾਫੀ ਸਲੋ ਤਰੀਕੇ ਨਾਲ ਹੋ ਰਹੀ ਹੈ, ਤੇ ਜਿਹੜੀ ਡੇਲੀ ਐਕਟੀਵਿਟੀਜ਼ ਹੁੰਦੀਆਂ ਨੇ ਜਿਵੇਂ ਕਿ ਆਪਾਂ ਸਵੇਰੇ ਉੱਠਦੇ ਹਾਂ, ਆਪਾਂ ਕਹਿ ਸਕਦੇ ਹਾਂ ਕਿ ਹੋਰ ਵੀ ਜਿਹੜੇ ਬਾਕੀ ਕੰਮ ਕਰਦੇ ਹਾਂ, ਸੋ ਉਹ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਨੇ ਡੇਲੀ ਰੂਟੀਨ ਵਾਲੀਆਂ ਉਹ ਵੀ ਕਰਨ ਵਿੱਚ ਪ੍ਰੋਬਲਮ ਆਵੇ। ਸੋ ਇਹ ਕੀ ਕਿਸੇ ਕਹਿ ਸਕਦੇ ਹਾਂ ਕਿ ਮੈਂਟਲ ਰਿਟਾਰਡੇਸ਼ਨ ਦੀ ਨਿਸ਼ਾਨੀ ਹੈਗੀ ਹੈ। ਐਂਡ ਪੂਅਰ ਅਡੈਪਟੇਸ਼ਨ ਵਿਦ ਦ এনवायरमेंट, ਕਿ ਵਾਤਾਵਰਣ ਨਾਲ ਮਾੜੀ ਅਨੁਕੂਲਤਾ ਦੀ ਗੱਲ ਕੀਤੀ ਜਾ ਰਹੀ ਹੈ ਕਿ ਆਪਾਂ ਕਿਸੇ এনवायरमेंट ਵਿੱਚ ਕੀ ਕਰਦੇ ਹਾਂ, ਅਡੈਪਟ ਹੀ ਨਹੀਂ ਹੋ ਪਾਉਂਦੇ, ਐਡਜਸਟਮੈਂਟ ਨਹੀਂ ਕਰ ਪਾਉਂਦੇ। ਤੇ ਆਪਸ਼ਨ ਨੰਬਰ ਡੀ ਲਿਖਿਆ ਹੋਇਆ ਪੂਅਰ ਇੰਟਰਪਰਸਨਲ ਰਿਲੇਸ਼ਨ, ਮਾੜੇ ਆਪਸੀ ਸੰਬੰਧ। ਜਦੋਂ ਆਪਾਂ ਗੱਲ ਕਰਦੇ ਹਾਂ ਮੈਂਟਲ ਰਿਟਾਰਡੇਸ਼ਨ ਦੀ, ਇੱਥੇ ਇਹਨਾਂ ਨੇ ਨੋਟ ਲਿਖਿਆ ਹੋਇਆ, ਤੇ ਜੇਕਰ ਕੋਈ ਪਰਸਨ ਮੈਂਟਲ ਰਿਟਾਰਡਡ ਹੈਗਾ ਆ ਤੇ ਉਹਦਾ ਜਿਹੜਾ IQ ਹੈ ਉਹ 25 ਤੋਂ ਲੈ ਕੇ 70 ਤੱਕ ਹੁੰਦਾ ਹੈ, ਇਹ ਗੱਲ ਬਿਲਕੁਲ ਠੀਕ ਲਿਖੀ ਹੋਈ ਹੈ। ਮਤਲਬ ਕਿ ਇਹ ਆਨਸਰ ਤਾਂ ਨਹੀਂ ਹੋਊਗਾ। ਲਰਨਿੰਗ ਲਿਖਿਆ ਹੋਇਆ ਲਰਨਿੰਗ ਇਨ ਅ ਸਲੋ ਪੇਸ ਐਂਡ ਅਨੇਬਲ ਟੂ ਡੂ ਐਕਟੀਵਿਟੀਜ਼ ਡੇਲੀ ਰੂਟੀਨ, ਕਿ ਜਿਹੜੀਆਂ ਡੇਲੀ ਰੂਟੀਨ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਕਰਨ ਵਿੱਚ ਅਸਮਰਥਾ ਹੁੰਦੀ ਹੈਗੀ ਆ, ਹੌਲੀ ਰਫ਼ਤਾਰ ਨਾਲ ਆਪਾਂ ਸਿੱਖਦੇ ਹਾਂ। ਸੋ ਇਹ ਗੱਲ ਠੀਕ ਲਿਖੀ ਹੋਈ ਹੈ ਜਦੋਂ ਆਪਾਂ ਮੈਂਟਲ ਰਿਟਾਰਡੇਸ਼ਨ ਬੱਚੇ ਦੀ ਗੱਲ ਕਰਦੇ ਹਾਂ। ਸੋ ਇਹ ਜਵਾਬ ਤਾਂ ਹੋਊਗਾ ਨਹੀਂ ਕਿ ਜਿਹੜਾ ਬੱਚਾ ਹੁੰਦਾ ਨਾ ਮੈਂਟਲੀ ਰਿਟਾਰਡਡ ਉਹ এনवायरमेंट ਵਿੱਚ ਵੀ ਐਡਜਸਟਮੈਂਟ ਨਹੀਂ ਕਰ ਪਾਉਂਦਾ, ਨਾ ਹੀ ਅਡੈਪਟੇਸ਼ਨ ਕਰ ਪਾਉਂਦਾ। ਸੋ ਇਹ ਗੱਲ ਵੀ ਇੱਥੇ ਠੀਕ ਲਿਖੀ ਹੋਈ ਹੈ, ਇਹਨੂੰ ਵੀ ਆਪਾਂ ਕਰ ਦਾਂਗੇ ਗਲਤ। ਸਹੀ ਜਵਾਬ ਹੋਊਗਾ ਕਿ ਪੂਅਰ ਇੰਟਰਪਰਸਨਲ ਰਿਲੇਸ਼ਨਸ, ਕਿ ਆਪਣੇ ਜਿਹੜੇ ਮਾੜੇ ਆਪਸੀ ਸੰਬੰਧ ਹੁੰਦੇ ਨੇ ਇਹ ਪਰਸਨ ਆਪ ਕਰ ਰਿਹਾ ਨਾ, ਸੋ ਇਹਦੇ ਵਿੱਚ ਮੈਂਟਲ ਰਿਟਾਰਡੇਸ਼ਨ ਦਾ ਕੋਈ ਰੋਲ ਨਹੀਂ ਹੁੰਦਾ। ਇਹ ਮੈਂਟਲ ਰਿਟਾਰਡੇਸ਼ਨ ਦੀ ਕਰੈਕਟਰਿਸਟਿਕਸ ਨਹੀਂ ਹੈ, ਉਹਦੀ ਵਿਸ਼ੇਸ਼ਤਾ ਨਹੀਂ ਹੈ। ਸੋ ਆਪਸ਼ਨ ਨੰਬਰ ਤੁਸੀਂ ਡੀ ਨੂੰ ਕਰ ਲਓ ਟਿਕ। ਤੇ ਆਪਾਂ ਵੇਖ ਲੈਂਦੇ ਹਾਂ ਜੀ ਅਗਲਾ ਪ੍ਰਸ਼ਨ। ਅਗਲੇ ਪ੍ਰਸ਼ਨ ਵਿੱਚ ਲਿਖਿਆ ਹੋਇਆ ਯੂ ਫਾਈਂਡ ਅ ਸਟੂਡੈਂਟ
ਟੂ ਬੀ ਇੰਟੈਲੀਜੈਂਟ ਯੂ ਵਿਲ, ਤੁਸੀਂ ਇੱਕ ਵਿਦਿਆਰਥੀ ਨੂੰ ਬੁੱਧੀਮਾਨ ਸਮਝਦੇ ਹੋ, ਤੁਸੀਂ ਕੀ ਕਰੋਗੇ? ਤੁਸੀਂ ਉਹਦੇ ਨਾਲ ਖੁਸ਼ ਰਹੋਗੇ, ਕਿ ਉਹਦੇ ਨਾਲ ਪ੍ਰਸੰਨ ਰਹੋਗੇ। ਰਿਮੇਨ ਪਲੀਜ਼ਡ ਵਿਦ ਹਿਮ, ਨਾਟ ਗਿਵ ਹਿਮ ਐਡੀਸ਼ਨਲ ਹੋਮਵਰਕ, ਕਿ ਉਸਨੂੰ ਵਾਧੂ ਹੋਮਵਰਕ ਨਹੀਂ ਦਿਓਗੇ। ਜਾਂ ਫਿਰ ਮੋਟੀਵੇਟ ਹਿਮ ਸੋ ਦੈਟ ਹੀ ਕੈਨ ਮੇਕ ਮੋਰ ਪ੍ਰੋਗਰੈਸ, ਕਿ ਉਸਨੂੰ ਪ੍ਰੇਰਿਤ ਕਰੋ ਤਾਂ ਜੋ ਉਹ ਹੋਰ ਤਰੱਕੀ ਕਰ ਸਕੇ। ਜਾਂ ਫਿਰ ਆਪਸ਼ਨ ਨੰਬਰ ਡੀ, ਇਨਫੋਰਮ ਹਿਜ਼ ਪੇਰੈਂਟਸ, ਉਹਦੇ ਘਰਦਿਆਂ ਨੂੰ ਦੱਸੋ ਕਿ ਤੁਹਾਡਾ ਬੱਚਾ ਤਾਂ ਬੜਾ ਇੰਟੈਲੀਜੈਂਟ ਹੈ, ਕਿ ਉਸਦੇ ਮਾਪਿਆਂ ਨੂੰ ਇਸ ਤੱਥ ਬਾਰੇ ਸੂਚਿਤ ਕਰੋ ਕਿ ਉਹ ਬੜਾ ਬੁੱਧੀਮਾਨ ਬਾਲਕ ਹੈ। ਅੱਗੇ ਵੇਖੋ, ਜੇਕਰ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਨੂੰ ਪਤਾ ਲੱਗ ਗਿਆ ਕਿ ਕੋਈ ਆਪਣੀ ਕਲਾਸ ਵਿੱਚ ਬੜਾ ਇੰਟੈਲੀਜੈਂਟ ਬ੍ਰਿਲੀਅੰਟ ਟਾਈਪ ਦਾ ਸਟੂਡੈਂਟ ਬੈਠਾ ਹੈ, ਗਿਫਟਡ ਲਰਨਰ ਬੈਠਾ ਹੋਇਆ, ਆਪਾਂ ਕੀ ਕਰਾਂਗੇ? ਆਪਾਂ ਖੁਸ਼ ਰਵਾਂਗੇ? ਬਿਲਕੁਲ ਨਹੀਂ। ਆਪਾਂ ਉਹਦੇ ਤੋਂ ਖੁਸ਼ ਤਾਂ ਰਵਾਂਗੇ, ਬਟ ਆਪਾਂ ਮੇਨ ਕੀ ਕਰਾਂਗੇ? ਆਪਾਂ ਉਹਨੂੰ ਮੋਟੀਵੇਟ ਕਰਾਂਗੇ। ਮੋਟੀਵੇਟ ਹਿਮ ਸੋ ਦੈਟ ਹੀ ਕੈਨ ਮੇਕ ਮੋਰ ਪ੍ਰੋਗਰੈਸ, ਕਿ ਜ਼ਿੰਦਗੀ ਵਿੱਚ ਹੋਰ ਤਰੱਕੀ ਵਾਲੇ ਜਿਹੜੇ ਕੰਮ ਹੈਗੇ ਆ ਉਹ ਕਰ ਸਕੇ। ਆਪਾਂ ਜਿਹਦੇ ਕਰਕੇ ਮੋਟੀਵੇਟ ਉਹਨੂੰ ਕਰਦੇ ਰਵਾਂਗੇ। ਸੋ ਆਪਸ਼ਨ ਨੰਬਰ ਜਿਹੜਾ ਸੀ ਹੈ ਨਾ, ਇਹ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੋਊਗਾ। ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਗਾਰਡਨਰ ਫਾਰਮੂਲੇਟਡ ਅ ਲਿਸਟ ਆਫ 7 ਇੰਟੈਲੀਜੈਂਸਿਸ ਵਿਚ ਅਮੰਗ ਦ ਫੋਲੋਇੰਗ ਇਜ਼ ਨਾਟ ਵਨ ਆਫ them। ਗਾਰਡਨਰ ਨੇ 7 ਬੁੱਧੀਜੀਵੀਆਂ ਦੀ ਇੱਕ ਸੂਚੀ ਤਿਆਰ ਕੀਤੀ ਜੋ ਇਹਨਾਂ ਵਿੱਚੋਂ ਇੱਕ ਨਹੀਂ ਹੈ। ਮਤਲਬ ਕਿ ਉਹਨੇ ਕੁਝ ਇੰਟੈਲੀਜੈਂਸੀ ਦੀ ਗੱਲ ਕੀਤੀ ਸੀਗੀ, ਕੁਝ ਉਹਨੇ 7 ਤਰ੍ਹਾਂ ਦੀਆਂ ਬੁੱਧੀ ਦੀ ਗੱਲ ਕੀਤੀ ਸੀਗੀ। ਹਾਲਾਂਕਿ ਉਹ 8 ਸੀਗੀਆਂ, ਨੈਚੁਰਲ ਵਾਲੀ ਬਾਅਦ ਵਿੱਚ ਐਡ ਕੀਤੀ ਗਈ ਸੀਗੀ, ਬਟ ਇਹਨਾਂ ਦੇ ਅਕੋਰਡਿੰਗ ਸੀਟੈਟ ਦੇ ਅਕੋਰਡਿੰਗ ਇਹ ਦੱਸ ਰਹੇ ਆ ਕਿ ਇਹਨਾਂ ਵਿੱਚੋਂ ਦੱਸੋ। ਐਂਡ ਇਹ ਜਿਹੜਾ ਪ੍ਰਸ਼ਨ ਸੀਗਾ ਸੀਟੈਟ ਮੈਂ ਭੁਲੇਖੇ ਨਾਲ ਕਹਿਤਾ, ਇਹ ਜਿਹੜਾ ਪ੍ਰਸ਼ਨ ਹੈਗਾ ਸੀ ਜੀ ਇਹ ਪੀਐਸ ਟੈਟ ਵਿੱਚ ਆਇਆ ਸੀਗਾ। ਇਹ ਸੇਮ ਪ੍ਰਸ਼ਨ ਆਇਆ ਸੀਗਾ ਜੀ, ਪੀਐਸ ਟੈਟ ਵਿੱਚ ਵੀ ਆਇਆ ਸੀਗਾ। ਦੱਸੋ ਇਹਦਾ ਕੀ ਜਵਾਬ ਹੋਊਗਾ? ਸੋ ਇਹੋ ਜੀ ਕਿਹੜੀ ਇੰਟੈਲੀਜੈਂਸੀ ਹੈਗੀ ਆ? ਇਹਦੇ ਤੇ ਮੈਂ ਇੱਕ ਆਲਰੇਡੀ ਵੀਡੀਓ ਵੀ ਬਣਾ ਚੁੱਕਿਆ। ਵੈਸੇ ਮੇਜਰ ਜਿਹੜੀਆਂ ਥਿਊਰੀਜ਼ ਨੇ ਆਪਾਂ ਆਲਰੇਡੀ ਉਹਨਾਂ ਤੇ ਵੀਡੀਓਜ਼ ਬਣਾ ਰਹੇ ਹਾਂ। ਛੋਟੀਆਂ ਕਲਿੱਪਸ ਹੁੰਦੀਆਂ ਨੇ 5-10 ਮਿੰਟਾਂ ਦੀਆਂ। ਜੇਕਰ ਤੁਸੀਂ ਸਾਰੀਆਂ ਵੀਡੀਓਜ਼ ਵੇਖ ਲੈਂਦੇ ਹੋ ਤੇ ਤੁਹਾਡੇ ਜਿਹੜੇ ਮੈਕਸਿਮਮ ਟੌਪਿਕਸ ਨੇ ਪੈਡਾਗੋਜੀ ਦੇ, ਭਾਵ ਬਾਲ ਵਿਕਾਸ ਦੇ, ਸੀਡੀਪੀ ਦੇ, ਉਹ ਕੰਪਲੀਟ ਹੋ ਜਾਣਗੇ। ਚਲੋ ਹੁਣ ਆਪਾਂ ਵੇਖ ਲੈਂਦੇ ਹਾਂ ਪ੍ਰਸ਼ਨ ਨੂੰ। ਗਾਰਡਨਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ 7 ਇੰਟੈਲੀਜੈਂਸੀ ਦੀ ਜਿਹੜੀ ਗੱਲ ਕੀਤੀ ਸੀਗੀ, ਇਹਨਾਂ ਵਿੱਚੋਂ ਕਿਹੜੀ ਇੱਕ ਨਹੀਂ ਹੈ। ਸੋ ਜੇਕਰ ਤੁਸੀਂ ਉਹ ਥਿਊਰੀ ਪੜ੍ਹੀ ਹੋਊਗੀ ਨਾ, ਤੁਹਾਨੂੰ ਪਤਾ ਲੱਗ ਜਾਏਗਾ। ਸਪੈਸ਼ਲ ਇੰਟੈਲੀਜੈਂਸੀ ਦੀ ਗੱਲ ਕੀਤੀ ਸੀਗੀ ਉਹਨਾਂ ਨੇ, ਇਮੋਸ਼ਨਲ ਇੰਟੈਲੀਜੈਂਸੀ ਦੀ ਗੱਲ ਕੀਤੀ ਸੀ ਕਿ ਨਹੀਂ ਕੀਤੀ ਸੀ? ਦੱਸੋ, ਇੰਟਰਪਰਸਨਲ ਇੰਟੈਲੀਜੈਂਸੀ ਜਾਂ ਫਿਰ ਲਿੰਗੁਇਸਟਿਕ ਇੰਟੈਲੀਜੈਂਸ। ਜਦੋਂ ਆਪਾਂ ਸਹੀ ਜਵਾਬ ਦੀ ਗੱਲ ਕਰਦੇ ਹਾਂ, ਉਹਨਾਂ ਨੇ ਇਮੋਸ਼ਨਲ ਇੰਟੈਲੀਜੈਂਸ ਦੀ ਗੱਲ ਨਹੀਂ ਕੀਤੀ ਸੀਗੀ, ਭਾਵਨਾਤਮਕ ਬੁੱਧੀ ਦੀ ਉਹਨਾਂ ਨੇ ਗੱਲ ਬਿਲਕੁਲ ਨਹੀਂ ਕੀਤੀ ਸੀਗੀ, ਤੇ ਉਹਨਾਂ ਨੇ ਗੱਲ ਕੀਤੀ ਸੀਗੀ ਸਪੈਸ਼ਲ ਇੰਟੈਲੀਜੈਂਸ ਦੀ, ਇੰਟਰਪਰਸਨਲ ਇੰਟੈਲੀਜੈਂਸ ਦੀ, ਇੰਟਰਾਪਰਸਨਲ ਇੰਟੈਲੀਜੈਂਸ ਦੀ, ਲਿੰਗੁਇਸਟਿਕ ਇੰਟੈਲੀਜੈਂਸ ਦੀ। ਬਾਕੀ ਦੀਆਂ ਜਿਹੜੀਆਂ ਇੰਟੈਲੀਜੈਂਸੀ ਨੇ ਜੀ, ਉਹਨਾਂ ਦੀ ਜੇਕਰ ਆਪਾਂ ਗੱਲ ਕਰੀਏ, ਉਹ ਹੈਗੀਆਂ ਸੀਗੀਆਂ ਜੀ ਇੰਟਰਪਰਸਨਲ, ਇੰਟਰਾਪਰਸਨਲ, ਮਿਊਜ਼ੀਕਲ, ਸਪੇਸ਼ਲ, ਬੋਡਲੀ ਕਾਈਨੈਸਥੈਟਿਕ, ਲੌਜੀਕਲ, ਮੈਥਮੈਟੀਕਲ ਐਂਡ ਲਿੰਗੁਇਸਟਿਕ। ਇਹ ਕੁਝ ਇੰਟੈਲੀਜੈਂਸੀਆਂ ਹੈਗੀਆਂ ਸੀ, ਜਿਹੜੀਆਂ ਇੰਟੈਲੀਜੈਂਸ ਹੈਗੀਆਂ ਸੀ 7 ਤਰ੍ਹਾਂ ਦੀਆਂ, ਜਿਨ੍ਹਾਂ ਦੀ ਜਿਹੜੀ ਗੱਲ ਹੈਗੀ ਆ ਕਿਹਦੇ ਦੁਆਰਾ ਕੀਤੀ ਗਈ ਸੀ? ਗਾਰਡਨਰ ਦੁਆਰਾ। ਹਾਵਰਡ ਗਾਰਡਨਰ ਉਹਨਾਂ ਦਾ ਨਾਮ ਸੀ। ਸੋ ਸਹੀ ਜਵਾਬ ਕੀ ਬਣਿਆ ਜੀ ਇੱਥੇ? ਸਹੀ ਜਵਾਬ ਦੀ ਆਪਾਂ ਗੱਲ ਕਰਦੇ ਹਾਂ, ਸੋ ਉਹ ਬਣਿਆ ਜੀ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਮਤਲਬ ਬਾਕੀ ਦੀਆਂ ਜਿਹੜੀਆਂ ਇੰਟੈਲੀਜੈਂਸ ਹੈਗੀਆਂ ਨਾ ਇੱਥੇ, ਉਹਨਾਂ ਦੀ ਗੱਲ ਗਾਰਡਨਰ ਦੁਆਰਾ ਕੀਤੀ ਗਈ ਸੀਗੀ। ਅੱਗੇ ਵੇਖ ਲਓ ਪ੍ਰਸ਼ਨ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਟਰੂ ਸਟੇਟਮੈਂਟ ਇਨ ਰੈਫਰੈਂਸ ਟੂ ਇੰਟੈਲੀਜੈਂਸ। ਬੁੱਧੀ ਦੇ ਸੰਦਰਭ ਵਿੱਚ ਹੇਠਾਂ ਦਿੱਤੇ ਵਿੱਚੋਂ ਕਿਹੜਾ ਬਿਆਨ ਸੱਚ ਹੈ? ਸੱਚਾ ਬਿਆਨ ਕੀ ਹੈ? ਗੱਲ ਕਿਹਦੀ ਕੀਤੀ ਜਾ ਰਹੀ ਹੈ? ਇੰਟੈਲੀਜੈਂਸ ਦੀ ਗੱਲ ਕੀਤੀ ਜਾ ਰਹੀ ਹੈ। ਕਿਹੜੀ ਸਟੇਟਮੈਂਟ ਸਹੀ ਹੈ ਜੀ? ਜਦੋਂ ਆਪਾਂ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ, ਇੰਟੈਲੀਜੈਂਸ ਇਜ਼ ਦਾ ਐਬਿਲਿਟੀ ਟੂ ਐਡਜਸਟ, ਕਿ ਇੰਟੈਲੀਜੈਂਸ ਜਿਹੜੀ ਐਬਿਲਿਟੀ ਹੈਗੀ ਆ ਉਹ ਐਡਜਸਟ ਕਰਨ ਦੀ ਐਬਿਲਿਟੀ ਹੈਗੀ ਆ, ਠੀਕ ਹੈ ਜੀ। ਤੇ ਇੰਟੈਲੀਜੈਂਸ ਇਜ਼ ਦਾ ਐਬਿਲਿਟੀ ਟੂ ਲਰਨ, ਕਿ ਬੁੱਧੀ ਸਿੱਖਣ ਦੀ ਯੋਗਤਾ ਹੈ। ਜਾਂ ਫਿਰ ਇੰਟੈਲੀਜੈਂਸ ਇਜ਼ ਦਾ ਐਬਿਲਿਟੀ ਟੂ ਅਬਸਟਰੈਕਟ ਰੀਜ਼ਨਿੰਗ, ਅਬਸਟਰੈਕਟ ਕੀ ਜਿਹੜੀਆਂ ਅਮੂਰਤ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੀ ਆਪਾਂ ਰੀਜ਼ਨਿੰਗ ਕਰਦੇ ਹਾਂ। ਜਾਂ ਫਿਰ ਸਾਰੇ ਹੀ। ਜਦੋਂ ਆਪਾਂ ਗੱਲ ਕਰਦੇ ਹਾਂ ਕਿਹਦੀ ਗੱਲ ਕਰਦੇ ਹਾਂ ਜੀ? ਆਪਾਂ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ। ਸੋ ਬਿਲਕੁਲ ਐਬਿਲਿਟੀ ਟੂ ਐਡਜਸਟ ਵੀ ਹੈ, ਐਬਿਲਿਟੀ ਟੂ ਲਰਨ ਵੀ ਹੈ, ਐਬਿਲਿਟੀ ਟੂ ਅਬਸਟਰੈਕਟ ਰੀਜ਼ਨਿੰਗ ਵੀ ਹੈ। ਸੋ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਤੇ ਇਸ ਦੇ ਨਾਲ ਹੀ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ, ਸਪੈਸ਼ਲ ਐਜੂਕੇਸ਼ਨ ਇਜ਼ ਰਿਲੇਟਡ ਟੂ, ਵਿਸ਼ੇਸ਼ ਸਿੱਖਿਆ ਨਾਲ ਸੰਬੰਧਿਤ ਹੈ। ਮਤਲਬ ਕਿ ਵਿਸ਼ੇਸ਼ ਸਿੱਖਿਆ ਦੀ ਗੱਲ ਕੀਤੀ ਜਾ ਰਹੀ ਹੈ। ਕੀ ਹੈ ਵਿਸ਼ੇਸ਼ ਸਿੱਖਿਆ? ਐਜੂਕੇਸ਼ਨਲ ਫॉर, ਐਜੂਕੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ। ਐਜੂਕੇਸ਼ਨ ਫॉर ਟੈਲੈਂਟਡ ਸਟੂਡੈਂਟ, ਕੀ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਲਈ ਵਿਦਿਆ। ਜਾਂ ਫਿਰ ਆਪਸ਼ਨ ਨੰਬਰ ਬੀ, ਐਜੂਕੇਸ਼ਨ ਪ੍ਰੋਗਰਾਮ ਫॉर ਡਿਸੇਬਲਡ, ਕਿ ਜਿਹੜੇ ਅਪਾਹਜਾਂ ਲਈ ਵਿਦਿਅਕ ਪ੍ਰੋਗਰਾਮ। ਜਾਂ ਫਿਰ ਆਪਸ਼ਨ ਨੰਬਰ ਸੀ, ਟ੍ਰੇਨਿੰਗ ਪ੍ਰੋਗਰਾਮ ਫॉर ਟੀਚਰਸ, ਕਿ ਅਧਿਆਪਕਾਂ ਲਈ ਸਿਖਲਾਈ ਪ੍ਰੋਗਰਾਮ। ਜਾਂ ਫਿਰ ਟ੍ਰੇਨਿੰਗ ਪ੍ਰੋਗਰਾਮਸ ਫॉर ਰਿਟਾਰਡਡ, ਕਿ ਮੰਦ ਬੁੱਧੀ ਲਈ ਸਿਖਲਾਈ ਪ੍ਰੋਗਰਾਮ। ਸਹੀ ਜਵਾਬ ਦੀ ਜੇਕਰ ਆਪਾਂ ਗੱਲ ਕਰੀਏ, ਜਿਹੜਾ ਤੁਹਾਡਾ ਸਹੀ ਜਵਾਬ ਹੋਊਗਾ ਸਪੈਸ਼ਲ ਐਜੂਕੇਸ਼ਨ ਨੂੰ ਮੇਨਲੀ ਸੰਬੰਧਿਤ ਹੈਗਾ ਆ, ਇਹ ਹੈਗਾ ਜੀ ਡਿਸੇਬਲਡ ਬੱਚਿਆਂ ਲਈ। ਡਿਸੇਬਲਡ ਬੱਚਿਆਂ ਲਈ ਕਾਫੀ ਟਾਈਮ ਪਹਿਲਾਂ
ਸਕੂਲ ਖੋਲ੍ਹੇ ਗਏ ਸੀਗੇ। ਹਾਲਾਂਕਿ ਇਸ ਕੰਸੈਪਟ ਨੂੰ ਬਾਅਦ ਵਿੱਚ ਚੇਂਜ ਕਰਕੇ ਇਨਕਲੂਸਿਵ ਐਜੂਕੇਸ਼ਨ ਦਾ ਨਾਮ ਦਿੱਤਾ ਗਿਆ ਸੀਗਾ। ਭਾਵ ਇਹ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਡਿਸੇਬਲਡ ਬੱਚੇ ਨੇ ਤੁਸੀਂ ਇਹਨਾਂ ਨੂੰ ਆਪਦੇ ਨਾਲ ਹੀ ਇਨਕਲੂਡ ਕਰੋ ਨਾਰਮਲ ਬੱਚਿਆਂ ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੂੰ ਕੀ ਨਾ ਫੀਲ ਹੋਵੇ, ਮਤਲਬ ਕਿ ਡਾਊਨ ਨਾ ਫੀਲ ਕਰਨ ਇਹ ਬੱਚੇ। ਤੁਸੀਂ ਸਿੰਪਥੀ ਨਹੀਂ ਦੇਣੀ ਬੱਚੇ ਨੂੰ ਕਿ ਹਾਂ ਕੋਈ ਗੱਲ ਨਹੀਂ ਜੇਕਰ ਤੇਰੀ ਵੀ ਤੇਰੇ ਤੋਂ ਤੁਰਿਆ ਨਹੀਂ ਜਾਂਦਾ, ਤੂੰ ਵੀਲ ਚੇਅਰ ਯੂਜ਼ ਕਰ ਰਿਹਾ। ਭਾਵ ਉਹਨਾਂ ਨੂੰ ਐਮਪੈਥੀ ਕਰੋ ਕਿ ਠੀਕ ਹੈ ਕੋਈ ਗੱਲ ਨਹੀਂ, ਤੂੰ ਵੀ ਆਪਣੇ ਵਰਗਾ ਹੀ ਆ, ਸਾਡੇ ਵਰਗਾ ਤੂੰ ਸਟੂਡੈਂਟ ਹੀ ਆ, ਸਾਡੇ ਨਾਲ ਪੜ੍ਹ ਤੂੰ। ਸੋ ਮਤਲਬ ਇਹ ਕਿ ਐਜੂਕੇਸ਼ਨ ਪ੍ਰੋਗਰਾਮ ਡਿਸੇਬਲਡ ਬੱਚਿਆਂ ਲਈ ਚਲਾਇਆ ਗਿਆ ਸੀਗਾ। ਇਹਨੂੰ ਪਹਿਲਾਂ ਸਪੈਸ਼ਲ ਐਜੂਕੇਸ਼ਨ ਦਾ ਨਾਮ ਦਿੱਤਾ ਗਿਆ ਸੀਗਾ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ images, concepts, symbol and science. Language, muscle activities and brain function are involved in ਚਿੱਤਰ, ਸੰਕਲਪ, ਪ੍ਰਤੀਕ ਅਤੇ ਚਿੰਨ੍ਹ, ਭਾਸ਼ਾ, ਮਾਸਪੇਸ਼ੀਆਂ ਦੀਆਂ ਗਤੀਵਿਧੀਆਂ ਅਤੇ ਦਿਮਾਗ ਦੇ ਕਾਰਜ ਸ਼ਾਮਲ ਹੁੰਦੇ ਹਨ। ਕੀ ਦੇ ਵਿੱਚ? ਅਡੈਪਟੇਸ਼ਨ ਦੇ ਵਿੱਚ, ਮੋਟਰ ਡਿਵੈਲਪਮੈਂਟ ਦੇ ਵਿੱਚ, ਜਾਂ ਫਿਰ ਪ੍ਰੋਬਲਮ ਸੋਲਵਿੰਗ ਦੇ ਵਿੱਚ, ਜਾਂ ਫਿਰ ਥਿੰਕਿੰਗ ਪ੍ਰੋਸੈਸ ਦੇ ਵਿੱਚ। ਸੋ ਇਹਦਾ ਸਹੀ ਜਵਾਬ ਹੈਗਾ ਜੀ ਆਪਸ਼ਨ ਨੰਬਰ ਡੀ ਕਿ ਥਿੰਕਿੰਗ ਪ੍ਰੋਸੈਸ ਦੇ ਵਿੱਚ, ਸੋਚਣ ਦੀ ਪ੍ਰਕਿਰਿਆ ਵਿੱਚ। ਇਹ ਕੁਐਸਚਨ ਵੀ ਪੀਐਸ ਟੈਟ ਵਿੱਚ ਆਇਆ ਹੋਇਆ। ਇਮੇजेस, ਕਨਸੈਪਟ, ਸਿੰਬਲ ਐਂਡ ਸਾਇੰਸ, ਲੈਂਗੁਏਜ, ਮਸਲਸ ਐਕਟੀਵਿਟੀਜ਼, ਬ੍ਰੇਨ ਫੰਕਸ਼ਨਸ, ਇਹਨਾਂ ਸਾਰਿਆਂ ਦੀ ਹੀ ਵਰਤੋਂ ਆਪਾਂ ਥਿੰਕਿੰਗ ਪ੍ਰੋਸੈਸ ਵਿੱਚ ਕਰਦੇ ਹਾਂ। ਸੋ ਆਪਸ਼ਨ ਨੰਬਰ ਡੀ ਨੂੰ ਤੁਸੀਂ ਕਰ ਲਓ ਟਿਕ। ਤੇ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅੱਜ ਦੇ ਲਾਸਟ ਪ੍ਰਸ਼ਨ ਦੇ ਉੱਤੇ। ਇੰਡੀਵਿਜੂਅਲ ਲਰਨਰ ਡਿਫਰੈਂਟ ਫਰੋਮ ਈਚ ਅਦਰ ਇਨ ਕਿ ਵਿਅਕਤੀਗਤ ਸਿਖਿਆਰਥੀ ਇੱਕ ਦੂਜੇ ਤੋਂ ਵੱਖਰੇ ਹੁੰਦੇ ਹਨ। ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚ, ਵਿਕਾਸ ਅਤੇ ਵਿਕਾਸ ਦੇ ਸਿਧਾਂਤ ਵਿੱਚ, ਰੇਟ ਆਫ ਡਿਵੈਲਪਮੈਂਟ ਵਿਕਾਸ ਦੀ ਦਰ, ਸੀਕੁਐਂਸ ਆਫ ਡਿਵੈਲਪਮੈਂਟ ਵਿਕਾਸ ਦਾ ਕ੍ਰਮ, ਜਾਂ ਫਿਰ ਜਨਰਲ ਕੈਪੈਸਿਟੀ ਫਾਰ ਡਿਵੈਲਪਮੈਂਟ ਵਿਕਾਸ ਲਈ ਆਮ ਸਮਰੱਥਾ। ਇੰਡੀਵਿਜੂਅਲ ਲਰਨਰ ਦੀ ਗੱਲ ਕਰਦੇ ਆ, ਇੱਕ ਦੂਜੇ ਤੋਂ ਵੱਖਰੇ ਹੁੰਦੇ ਆ। ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ ਸਾਰੇ ਬੱਚਿਆਂ ਦੀ ਸੇਮ ਹੁੰਦੀ ਆ। ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ ਸਾਰਿਆਂ ਬੱਚਿਆਂ ਦਾ ਮਤਲਬ ਜਨਰਲੀ ਗੱਲ ਹੁੰਦੀ ਹੈ ਸੇਮ ਹੁੰਦੀ ਆ। ਸੀਕੁਐਂਸ ਵੀ ਡਿਵੈਲਪਮੈਂਟ ਜਿਹੜੀ ਹੁੰਦੀ ਆ ਨਾ, ਸੀਕੁਐਂਸ ਵਿਕਾਸ ਦਾ ਕ੍ਰਮ, ਇਹ ਵੀ ਲਗਭਗ ਸੇਮ ਹੀ ਹੁੰਦਾ। ਜਨਰਲ ਕੈਪੈਸਿਟੀ ਵੀ ਡਿਵੈਲਪਮੈਂਟ ਦੀ ਉਹ ਵੀ ਸੇਮ ਹੁੰਦੀ ਹੈ। ਬਸ ਜਦੋਂ ਆਪਾਂ ਰੇਟ ਦੀ ਗੱਲ ਕਰਦੇ ਹਾਂ, ਰੇਟ ਆਫ ਡਿਵੈਲਪਮੈਂਟ, ਇਹ ਵੱਖਰਾ ਵੱਖਰਾ ਹੁੰਦਾ। ਹੋ ਸਕਦਾ ਨਾਲ ਬੈਠਾ ਤੁਹਾਡੇ ਸਟੂਡੈਂਟ ਕੋਈ ਬਹੁਤ ਤੇਜ਼ੀ ਨਾਲ ਸਾਰੀਆਂ ਚੀਜ਼ਾਂ ਯਾਦ ਕਰ ਲੈਂਦਾ ਤੇ ਇੱਕ ਹੋਰ ਨਾਲ ਉਹਦੇ ਜਿਹੜਾ ਸਟੂਡੈਂਟ ਬੈਠਾ ਆ ਉਹ ਤੇਜ਼ੀ ਨਾਲ ਯਾਦ ਨਹੀਂ ਕਰ ਪਾਉਂਦਾ। ਸੋ ਜਿਹੜਾ ਵਿਕਾਸ ਦਾ ਜਿਹੜਾ ਦਰ ਹੈ ਨਾ, ਇਹ ਤੁਹਾਨੂੰ ਵੱਖਰੇ ਵੱਖਰੇ ਸਟੂਡੈਂਟਾਂ ਵਿੱਚੋਂ ਵੱਖਰਾ ਵੱਖਰਾ ਵੇਖਣ ਨੂੰ ਮਿਲਦਾ ਹੈ। ਇਹੀ ਰੀਜ਼ਨ ਹੈ ਨਾ ਕਿ ਆਪਾਂ ਨੂੰ ਇੰਡੀਵਿਜੂਅਲ ਡਿਫਰੈਂਸ ਵੇਖਣ ਨੂੰ ਮਿਲਦਾ ਹੈ। ਸੋ ਇਹ ਆਪਣੀ ਛੋਟੀ ਜੀ ਵੀਡੀਓ ਸੀਗੀ। ਉਮੀਦ ਮੈਂ ਇਹੀ ਕਰੂੰਗਾ ਕਿ ਤੁਹਾਡੀ ਬੇਸਿਕ ਅੰਡਰਸਟੈਂਡਿੰਗ ਲਈ ਜੋ ਕੁਝ ਆਪਾਂ ਪੜ੍ਹਾ ਰਹੇ ਹਾਂ ਉਹ ਤੁਹਾਨੂੰ ਸਮਝ ਲੱਗ ਰਹੀਆਂ ਹੋਣਗੀਆਂ। ਕਲਾਸ ਪਸੰਦ ਆਈ ਹੋਵੇ ਤਾਂ ਸੈਸ਼ਨ ਨੂੰ ਲਾਈਕ ਜ਼ਰੂਰ ਕਰਿਓ। ਇਸ ਸੈਸ਼ਨ ਨੂੰ ਆਪਦੇ ਦੋਸਤਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਕਿਉਂਕਿ ਤੁਸੀਂ ਵੀਡੀਓਜ਼ ਵੇਖ ਲੈਂਦੇ ਹੋ, ਲਾਈਕ ਵੀ ਕਰ ਦਿੰਦੇ ਹੋ, ਕਮੈਂਟ ਵੀ ਮੈਂ ਰੈਗੂਲਰਲੀ ਤੁਹਾਡੇ ਸਾਰਿਆਂ ਦੇ ਪੜ੍ਹਦਾ ਰਹਿਣਾ। ਬਟ ਇੱਕ ਕੰਮ ਤੁਸੀਂ ਨਹੀਂ ਕਰਦੇ, ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਨ ਦਾ। ਸੋ ਪਲੀਜ਼ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਸੋ ਜਿਹੜੇ ਨੀਡੀ ਸਟੂਡੈਂਟਸ ਨੇ ਉਹਨਾਂ ਕੋਲ ਇਹ ਵੀਡੀਓ ਪਹੁੰਚੇ ਤੇ ਬਾਕੀਆਂ ਦੀ ਹੈਲਪ ਹੋਵੇ, ਕਿਉਂਕਿ ਤੁਸੀਂ ਸਾਰੇ ਟੀਚਰ ਹੋ, ਤੁਹਾਡਾ ਕੰਮ ਕੀ ਹੈਗਾ ਆ ਦੂਜਿਆਂ ਦੀ ਹੈਲਪ ਕਰਨਾ। ਸੋ ਪਲੀਜ਼ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਐਂਡ ਇਹਨਾਂ ਚੀਜ਼ਾਂ ਨਾਲ ਹੀ ਮੈਨੂੰ ਮੋਟੀਵੇਸ਼ਨ ਮਿਲਦੀ ਹੈ। ਸੋ ਮੈਂ ਤੁਹਾਨੂੰ ਜਿਹੜੀਆਂ ਵੀਡੀਓਜ਼ ਨੇ ਉਹ ਪ੍ਰੋਵਾਈਡ ਡੇਲੀ ਕਰਵਾਉਂਦਾ ਰਹਿਣਾ। ਸੋ ਦੋਸਤੋ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।